ਅੱਤਵਾਦ ਦੇ ਵਿੱਚ ਅੱਤਵਾਦੀ ਨਾਲ ਰਲਿਆ ਹੋਇਆ ਸੀ। ਸਮਾਨ ਅੱਤਵਾਦੀਆਂ ਦੀਆਂ AK-47 ਦੂਜੇ ਦਿਨ ਛੱਡ ਕੇ ਆਉਂਦਾ ਸੀ, ਉਹਦੇ ਬੰਦੇ ਮਰ ਜਾਂਦੇ ਸੀ ਤੇ ਫੜੇ ਗਏ। ਤਿੰਨ ਜਣੇ ਸੀ ਇਹ ਕਹਿੰਦਾ 91 ਦੇ ਵਿੱਚ 91-92 ਦੇ ਵਿੱਚ ਬਲਕਾਰ ਸਿੱਧੂ ਬਹੁਤ ਵੱਡਾ ਇੱਕ ਖਾੜਕੂ ਅੱਤਵਾਦੀਆਂ ਨਾਲ ਸੰਬੰਧ ਸੀ। ਇਹ ਅੱਤਵਾਦੀ ਸੀ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਮੇਰੇ ਨਾਨਕੇ ਕਾਂਗੜ ਨੇ, ਮੇਰੇ ਮਾਮਾ ਜੀ ਸਰਦਾਰ ਮੇਜਰ ਸਿੰਘ ਜੀ, ਸਰਦਾਰ ਰੂਪ ਸਿੰਘ ਸਿੱਧੂ ਮੇਰੇ ਪਿਤਾ ਜੀ ਬੈਠੇ ਨੇ। ਉਸ ਟਾਈਮ ਦਾ ਮੈਂ ਇਹਦੇ ਨਾਲ ਜੁੜਿਆ ਹੋਇਆ। ਇਹਦੀਆਂ ਇਲੈਕਸ਼ਨਾਂ ਦੇ ਵਿੱਚ ਮੈਂ ਕੰਮ ਆਇਆ। 2002 'ਚ ਆਜ਼ਾਦ ਜਿੱਤਿਆ। ਮੈਂ ਅਖਾੜੇ ਵੀ ਲਾਏ ਫਰੀ, ਇਹਨੂੰ ਫੰਡ ਵੀ ਦਿੱਤਾ। ਗਲੀ ਗਲੀ ਲੋਕਾਂ ਤੋਂ ਝੋਲੀਆਂ ਅੱਡ ਵੋਟਾਂ ਮੰਗੀਆਂ 7 'ਚ 12 'ਚ 17 'ਚ। ਉਦੋਂ ਬਲਕਾਰ ਸਿੱਧੂ ਬੜਾ ਚੰਗਾ ਲੱਗਦਾ ਸੀ ਤੇ ਮੈਨੂੰ ਵੀ ਚੰਗਾ ਲੱਗਦਾ ਸੀ। ਸਾਡੇ ਪਿੰਡ ਨਾਨਕੇ ਹੈ ਜੀ, ਇੱਥੇ ਬੈਠੇ ਹੋਣਗੇ ਉਹਨਾਂ ਦੇ ਮਾਮਾ ਜੀ, ਮਾਮੇ ਦੇ ਮਾਮੇ ਦੇ ਪੁੱਤ ਬੈਠੇ ਹੋਣਗੇ, ਬੱਚੇ ਹੋਣਗੇ। ਅੱਧਾ ਪਿੰਡ ਜਾ ਕੇ ਆਪਣੇ ਘਰੇ ਆਏ, ਉਹਦੀ ਮਾਂ ਆਈ, ਕਹਿੰਦੇ ਖੜਾ ਛੜੋ 91-92 ਦੀਆਂ ਗੱਲਾਂ। ਇਹ ਮਾਮਾ ਜੀ ਨੇ ਮੇਰੇ, ਸਰਦਾਰ ਮੇਜਰ ਸਿੰਘ ਜੀ ਕਾਂਗੜ। ਇਹਨੂੰ ਪੁੱਛੋ ਵੀ ਬਲਕਾਰ ਸਿੱਧੂ ਨੂੰ ਕਦੋਂ ਪੱਲੀ 'ਚ ਬੰਨ੍ਹ ਕੇ ਲਿਆਂਦੇ, ਕਦੋਂ ਉਹਦੀਆਂ ਮਿੰਟਾਂ ਕਿਤੇ, ਜਾਂ ਕੱਲ ਕੌਣ ਗਿਆ ਸੀ ਨੇੜੇ ਨਹੀਂ ਜਾਂਦੇ ਤਾਂ ਕੋਈ ਨਹੀਂ ਗਿਆ ਇਹਦੇ ਕੋਲੇ, ਨਾ ਕੋਈ ਪੱਲੀ 'ਚ ਬੰਨ੍ਹ ਕੇ ਜਾਂਦਾ। ਸਾਡੇ ਚੌਥੀ ਪੀੜ੍ਹੀ ਉਹ ਵੀ ਠਾਣਾ ਨਹੀਂ ਵੇਖਿਆ ਕਿਸੇ ਨੇ। ਤੇ ਕਿਹੜਾ ਕਦੋਂ ਪੱਲੀ 'ਚ ਬੰਨ੍ਹ ਕੇ ਲਿਆ ਇਹ ਦੱਸੇ ਨਾ। ਮੈਂ SSP ਕੋਲੇ ਗਿਆ, ਉਹਨੇ ਮੈਨੂੰ ਜਵਾਬ ਹੀ ਦਿੱਤਾ ਵੀ ਅਸੀਂ ਖੜੇ ਹੀ ਨਹੀਂ। ਕਿਉਂ? ਜਦੋਂ ਇੰਟਰੋਗੇਟ ਕੋਈ ਬੰਦਾ ਕੀਤਾ ਵੀ ਤੁਹਾਡਾ ਸਮਾਨ ਕਿਵੇਂ ਪਹੁੰਚਦਾ ਬੰਦੇ ਨੂੰ ਪੁੱਛਿਆ। ਉਹ ਕਹਿੰਦਾ ਵੀ ਉਹ SSP ਨੇ ਜਵਾਬ ਦਿੱਤਾ, ਕਹਿੰਦਾ ਮੈਨੂੰ ਪਤਾ ਨਹੀਂ, ਕੋਈ ਡਰਦੇ ਮਾਰੇ ਹੁੰਦੇ ਸੀ ਅਫਸਰ ਵੀ, ਪਾੜੇ ਨਾ ਪਏ, ਕੁੱਟੇ ਨਾ ਪਏ ਹੁਣ। ਫਿਰ ਇੱਕ DIG ਉਹਦੇ ਕੋਲੇ ਗਿਆ, ਉਹਨੇ ਦੱਸਿਆ ਪਤਾ ਨਹੀਂ ਕਿਹੜਾ ਥਾਣਾ ਸੀ ਜਿੱਥੇ ਮੈਂ ਫੜਿਆ ਹੋਇਆ ਸੀ। ਮੈਂ ਪੁੱਛਣਾ ਚਾਹੁੰਦਾ ਕੌਣ SHO ਸੀ ਉਹ ਜਿਹੜੇ ਥਾਣੇ 'ਚ ਮੈਨੂੰ ਵੱਢਿਆ ਕੁੱਟਿਆ ਗਿਆ ਸੀ? ਕੌਣ ਉਹ ਮੁੰਡੇ ਸੀ ਨਾਲ ਫੜੇ ਹੋਏ? ਮੇਰੇ ਤੇ ਕੋਈ ਵੀ FIR ਦਰਜ ਹੋਵੇ ਦੁਨੀਆ 'ਚ, ਪੰਜਾਬ 'ਚ, ਹਿੰਦੁਸਤਾਨ 'ਚ ਕਿਸੇ ਵੀ ਕੇਸ ਦੀ, ਕ੍ਰਿਮੀਨਲ ਕੇਸ ਦੀ ਕੋਈ FIR ਦਰਜ ਹੋਵੇ ਤਾਂ ਕੱਢ ਕੇ ਲਿਆ ਕੇ ਦਿਖਾਵੇ ਮੈਨੂੰ। ਉਹ ਕਹਿੰਦੇ ਬਲਕਾਰ ਸਿੱਧੂ ਤਿਆਰ ਹੋ ਕੇ ਖਾੜਾ ਲਾਉਣ ਦੇ ਸੰਬੰਧ ਵਿੱਚ ਅੱਜ ਤੱਕ ਹੋਰ ਦੀਆਂ ਸ਼ੈਣੀਆਂ 'ਚ AK-47 ਫਿੱਟ ਕਰਕੇ ਸਾਡਾ ਸਮਾਨ ਛੱਡਿਆ ਹੋਇਆ। ਮੈਨੂੰ ਕਹਿ ਰਿਹਾ ਜੀ ਇਹ 1991 ਦੇ ਵਿੱਚ ਮੈਂ ਇੱਕ ਸਟੂਡੈਂਟ ਸੀ, ਐਥਲੀਟ ਸੀ, ਨੈਸ਼ਨਲ ਪੱਧਰ ਐਥਲੀਟ ਸੀ ਮੈਂ, ਯੂਨੀਵਰਸਿਟੀ ਵਿਨਰ ਆ ਮੈਂ 800 ਮੀਟਰ 1500 ਚੋਂ। ਮੈਂ ਕ੍ਰਾਸ ਕੰਟਰੀ 12 ਕਿਲੋਮੀਟਰ ਦਾ ਵਿਨਰ ਆ। ਉਸ ਟਾਈਮ ਮੈਨੂੰ ਕਹਿੰਦਾ ਵੀ ਇਹ ਇੱਕ ਕਲਾਕਾਰ, ਮੈਂ ਉਸ ਟਾਈਮ ਪ੍ਰੋਫੈਸ਼ਨਲ ਕਲਾਕਾਰ ਨਹੀਂ ਸੀ, ਕਾਲਜਾਂ 'ਚ ਗਾਉਂਦਾ ਸੀ ਨਾ, ਮੈਂ ਉਹ ਕੋਈ ਮੇਰੇ ਕੋਲ ਗਰੁੱਪ ਸੀ। ਇਹ ਆਦਮੀ ਕਹਿ ਰਿਹਾ ਵੀ ਮੈਂ ਢੋਲਕੀਆਂ 'ਚ, ਬਾਜਿਆਂ 'ਚ ਲਿਜਾ ਕੇ AK-47 ਸਪਲਾਈ ਕਰਦਾ ਸੀ। ਇਹ ਜਿਹੜਾ ਕੁਫਰ ਤੋੜ ਰਿਹਾ ਵੀ ਮੈਂ ਫੜਿਆ ਗਿਆ। ਇਹ ਤਿੰਨ ਜਣੇ ਸੀ, ਬਲਕਾਰ ਸਿੱਧੂ, ਇੱਕ ਨਿਹਾਲਾ ਸੀ ਨਥਾਣੇ ਦਾ, ਇੱਕ ਮੁੰਡਾ ਗੂਰ ਸੀ ਨਥਾਣੇ ਦਾ। ਜਿੱਤੇ ਆ ਤੁਹਾਡੇ ਪਿੰਡ ਪੁੱਛ ਲਿਓ, ਮੈਨੂੰ ਸਾਹਮਣੇ ਕਰ ਲੈਣ ਵਾਲੇ ਸਾਡੇ ਪਿੰਡ ਦੇ ਮੁੱਤਾ। ਉਹ ਕਹਿੰਦਾ ਬਲਕਾਰ ਸਿੱਧੂ ਫੜਿਆ ਪਿਆ ਸੀ, ਵੱਢਿਆ ਟੁੱਕਿਆ ਪਿਆ ਸੀ, ਇੱਥੋਂ ਉੱਠਿਆ ਨਹੀਂ ਜਾਂਦਾ ਸੀ। ਨਾਲ ਦੇ ਤੋਂ ਇੱਕ ਨਾਂ ਲੈ ਰਿਹਾ ਮੁੰਡਾ ਨਿਹਾਲਾ ਸੀ ਨਥਾਣੇ ਤੋਂ, ਕਹਿੰਦਾ ਉਹ ਰੋ ਰਿਹਾ ਸੀ ਵੀ ਮੈਨੂੰ ਮਾਰ ਦੇਣਗੇ। ਜੇ ਇਹਨੂੰ ਪਤਾ ਸੀ ਵੀ ਉਹ ਮੁੰਡਿਆਂ ਨੂੰ ਪੁਲਿਸ ਮਾਰਦੀ ਹੈ ਮੁਕਾਬਲੇ ਬਣਾ ਕੇ, ਇਹ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਕਿਉਂ ਨਹੀਂ ਗਿਆ? ਜਾਂ ਟੌਟ ਸੀ ਜਾਂ ਏਜੰਸੀ ਦਾ ਬੰਦਾ ਸੀ। ਚਲੋ SSP ਨੂੰ ਜਵਾਬ ਦਿੱਤਾ। ਫਿਰ ਮੈਂ DI ਨੂੰ ਪਹੁੰਚ ਗਈ, DI ਮੰਨ ਗਿਆ। ਮੈਂ ਕਿਹਾ ਜੀ ਪਿੰਡ ਦਾ ਦੋ ਤਾਂ ਗੱਲ ਬਹੁਤ ਵੱਡੀ ਹੈ। ਮੈਂ ਉਸ ਸ਼ਾਮ ਨੂੰ 3:30 ਵਜੇ ਲੈ ਕੇ ਆਉਣਾ, ਛੁਡਾ ਲਿਆ, ਇਹ ਪੱਲੀ 'ਚ ਪਾ ਕੇ ਜਾਂਦਾ। ਐਡਾ ਬੁਰਾ ਹਾਲ ਕੀਤਾ ਸੀ। ਮੈਨੂੰ ਕੱਢ ਕੇ ਲੈ ਕੇ ਆ ਗਿਆ, ਕਹਿੰਦਾ ਬੋਰੀ 'ਚ ਬੰਨਿਆ। ਮੈਂ ਕਿਹੜੇ ਹਸਪਤਾਲ ਦਾਖਲ ਕਰਾਇਆ ਮੈਨੂੰ? ਮੈਂ ਅੱਜ ਵੀ ਇੱਕ ਤੰਦਰੁਸਤ ਹਾਂ, ਡਾਕਟਰੀ ਕਰਾਓ। ਮੈਂ ਪੁੱਛਣਾ ਚਾਹੁੰਦਾ ਵੀ ਸੁਬਾਹ ਜਦੋਂ ਬੰਦੇ ਮੁਕਾਬਲੇ ਬਣਾਏ ਨਿਹਾਲ ਸਿੰਘ ਦੇ ਜਾਂ ਉਹਦੇ ਨਾਲ ਦੇ ਸਾਥੀ, ਮੈਂ ਨਹੀਂ ਜਾਣਦਾ ਕੌਣ ਸੀ ਉਹ, ਇਹਨੂੰ ਪਤਾ ਹੋਣਾ ਚਾਹੀਦਾ। ਇਹਨਾਂ ਤੇ FIR ਹੋਣੀ ਚਾਹੀਦੀ ਆ, ਇਹਨੂੰ ਇੰਟਰੋਗੇਟ ਕਰਨਾ ਚਾਹੀਦਾ, ਪੁੱਛਣਾ ਚਾਹੀਦਾ। ਅਸੀਂ ਵੀ ਇਹਨੂੰ ਜਵਾਬ ਦੇਵਾਂਗੇ, ਅਸੀਂ ਲੋਕਾਂ ਦੀ ਕਚਹਿਰੀ 'ਚ ਜਵਾਬ ਦੇਵਾਂਗੇ। ਸਾਨੂੰ ਜਵਾਬ ਦੇਵੇ ਲੋਕਾਂ ਦੀ ਕਚਹਿਰੀ 'ਚ। ਮੇਰੀ ਕਚਹਿਰੀ ਵੱਡੀ ਰਾਮਪੁਰਾ ਫੂਲ ਹੈ, ਉਹਨੂੰ ਵੋਟਾਂ ਵੇਲੇ ਜਵਾਬ ਦਿਓ। ਰੱਬ ਦੀ ਕਚਹਿਰੀ ਉੱਥੇ ਵੀ ਮਾਫ ਕਰੂਗਾ ਰੱਬ, ਕਿਉਂਕਿ ਗੁਰੂ ਘਰ ਦੇ ਵਿੱਚ ਕੁਫਰ ਤੋਲਦਾ। ਇੱਕ ਜਦੋਂ ਇਹ ਲਿਆਂਦਾ ਸ਼ਾਮ ਨੂੰ ਰਾਤ ਪੈ ਗਈ, ਜਿਹੜੇ ਦੋ ਜਿਨ੍ਹਾਂ ਕੋਲ ਮੈਂ ਇਹਨੂੰ ਲੈ ਕੇ ਉੱਠਿਆ, ਉੱਠ ਚਲ ਗਏ। ਉੱਠਿਆ ਤਾਂ ਜਾਂਦਾ ਨਹੀਂ, ਫੜ ਕੇ ਖਾਇਆ। ਜਿਹੜੇ ਦੋ ਸੀ ਰੋਣ ਲੱਗ ਗਏ ਵਿਚਾਰੇ। ਨਿਹਾਲਾ ਜੂੜਾ ਲੱਗਦਾ ਸੀ ਉਹਦਾ, ਮੇਰੇ ਵੀ ਹੱਥ ਦੇ ਬੰਨ ਕੇ ਰੋ ਕੇ ਕਹਿੰਦਾ ਬਾਈ ਜੀ ਸਾਨੂੰ ਵੀ ਲੈ ਚੱਲੋ। ਤੇ ਜੋ ਤੜਕੇ ਨੂੰ ਬਾਹਰ ਫੜਿਆ, ਉਹੀ ਗੱਲ ਹੋਈ ਮੁਕਾਬਲੇ 'ਚ ਮਾਰ ਦਿੱਤੀ। ਜੋ ਇਹ ਕੁਫਰ ਤੋੜ ਰਿਹਾ, ਇਹਦਾ ਇਹਨੂੰ ਹਾਈ ਕੋਰਟ 'ਚ ਜਵਾਬ ਦੇਣਾ ਪਊ, ਇਹਨੂੰ ਥਾਣਾ 'ਚ ਜਵਾਬ ਦੇਣਾ ਪਊ, ਲੋਕਾਂ ਦੀ ਕਚਹਿਰੀ ਜਵਾਬ ਦੇਣਾ ਪਊ, ਤੁਹਾਨੂੰ ਪ੍ਰੈਸ ਰਿਪੋਰਟਰਾਂ ਨੂੰ ਜਵਾਬ ਦੇਣਾ ਪਊ। ਮੈਂ ਪੁੱਛਣਾ ਚਾਹੁੰਦਾ ਵੀ ਮੈਨੂੰ ਲੈ ਕੇ ਆਵੇ, ਜਾਂ ਤਾਂ ਇਹਦੇ ਮਾਨਹਾਨੀ ਦਾ ਕੇਸ ਕਰੂੰਗਾ,
ਇਹਨੂੰ ਮੈਂ ਕਿਤੇ ਭੱਜਿਆ ਨਹੀਂ ਜਾਣ ਦਿੰਦਾ, ਕਿਉਂਕਿ FIR ਵੀ ਬਣਦੇ, ਕ੍ਰਿਮੀਨਲ ਕੇਸ ਬਣਦਾ। ਕੌਣ ਹੈਗੇ ਮਾਰਨ ਵਾਲੇ ਮੁੰਡੇ ਉਹ ਜਿਨ੍ਹਾਂ ਨੂੰ ਨਿਹਾਲੇ ਵਰਗੇ ਨੂੰ ਮਾਰਿਆ? ਕਿਹੜਾ SSP, ਕਿਹੜਾ SHO ਆ ਉਹ? ਕਾਂਗੜ ਸਾਹਿਬ ਦੱਸੋ। ਪਤਾ ਇਹਨੂੰ ਲੈ ਕੇ ਆਂਦਾ ਘਰਾ ਕੇ ਅੱਜ ਸਟੇਟਾਂ ਦੇ ਕੀ ਕੁਛ ਮੇਰੇ ਪ੍ਰਤੀ ਕਿੰਨੀ ਮਾੜੀ ਸ਼ਬਦਾਵਲੀ ਵਰਤਦਾ। ਕਾਂਗੜ ਨੇ ਇਹ ਕਰ ਦਿੱਤਾ, ਕਾਂਗੜ ਇਹ ਕਰ। ਵੇਖੋ ਐਡਾ ਹੰਕਾਰ ਐਡੇ ਕਿਰਤਕਾਂ ਲੋਕ ਨੇ। ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਕਹਿੰਦਾ ਅੱਜ ਵੀ ਮੈਂ ਫਿਰ ਕਿਤੇ ਹੱਥ ਨਹੀਂ ਮਾਰਦਾ ਵੀ ਮੈਂ ਇਹਨੂੰ ਬਚਾਇਆ। ਇਹਦੇ ਅਜਿਹੇ ਨਾ ਤਾਂ ਘਰਦਿਆਂ ਦਾ ਬਣਿਆ, ਨਾ ਵੋਟਰਾਂ ਦਾ ਬਣਿਆ, ਨਾ ਸਪੋਰਟਰਾਂ ਦਾ ਬਣਿਆ। ਕੈਪਟਨ ਸਾਹਿਬ ਕਹਿੰਦਾ ਮੇਰਾ ਬਾਪੂ ਆ, ਪਾਪਾ ਇੱਕ ਹੋਰ ਆ, ਪਤਾ ਨਹੀਂ ਹੁਣ ਨਵਾਂ ਬਣਾ ਲੂਗਾ। ਸਿੱਧੂ ਸਾਹਿਬ ਨੂੰ ਵੀ ਬਣਾਇਆ ਸੀ, ਪਹਿਲਾਂ ਸਿੱਧੂ ਸਾਹਿਬ ਨੂੰ ਬਣਾਇਆ ਸੀ। ਮਲੂਕਾ ਸਾਹਿਬ ਦਾ ਜਵਾਬ ਦੇ ਦੇਣ ਕੀ ਕੁਛ ਕਹਿੰਦੇ ਨੇ, ਪਤਾ ਨਹੀਂ। ਪਹਿਲਾਂ ਬਾਬੂ ਸਿੰਘ MLA ਸਾਹਿਬ ਉਹ ਇਹਨਾਂ ਦੇ ਹੁੰਦੇ ਸੀ। ਹੁਣ ਕੈਪਟਨ ਸਾਹਿਬ ਨੂੰ ਚੱਕ ਕੇ ਮਿੰਟ 'ਚ ਫਲੈਕਸਾਂ ਲਾਤੀਆਂ। ਤੁਹਾਨੂੰ ਆਪ ਹੀ ਪਤਾ, ਇਲਾਕੇ ਵਾਲਿਆਂ ਨੂੰ ਪਤਾ, ਮਤਲਬੀ ਬੰਦਾ ਹੈ। ਹੁਣ ਚੰਨੀ ਸਾਹਿਬ ਕਰਨਗੇ 20 ਦਿਨਾਂ 'ਚ 25 ਦਿਨਾਂ 'ਚ ਇਹਦਾ ਵਿਕਾਸ ਉੱਥੋਂ ਦਾ। ਕੈਪਟਨ ਸਾਹਿਬ ਨੇ 4.5 ਸਾਲ ਨਹੀਂ ਕੀਤਾ। ਇਹਦਾ ਇਹ ਨਹੀਂ ਪਤਾ ਇਹਨੂੰ ਟਿਕਟ ਮਿਲੇ ਨਾ ਮਿਲੇ, ਇਹਦਾ ਇਹ ਨਹੀਂ ਪਤਾ ਹੋਰ ਪਾਰਟੀ 'ਚ ਭਾਜੇ। ਇਹਨੂੰ ਸਿਰਫ ਆਪਣਾ ਚਾਹੀਦਾ ਵੀ ਮੈਂ ਕਿਵੇਂ ਇੱਥੇ ਰਹਾਂ, ਮੈਨੂੰ ਟਿਕਟ ਕੌਣ ਦੇ ਵਿੱਚ ਚੋਣ। ਮੈਂ ਜਿਹੜਾ ਅੱਜ ਦਾ ਇਹ ਆਪਾਂ PC ਰੱਖੀ ਹੈ, ਇਹਦੇ ਵਿੱਚ ਰਾਮਪੁਰਾ ਫੂਲ ਦੇ ਜਿਹੜੇ MLA ਨੇ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ, ਉਹ ਬਖਲਾੜ 'ਚ ਆ ਗਏ ਨੇ ਹੁਣ, ਕਿਉਂਕਿ ਜਿਹੜੀ ਉਹਨਾਂ ਦੀ ਪਾਵਰ ਖੁੱਸ ਗਈ ਆ, ਖੁੱਸਦੀ ਜਾਂਦੀ ਹੈ। ਉਹ ਬਖਲਾੜ 'ਚ ਆ ਕੇ ਪਿੰਡ ਕਾਂਗੜ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਭਾਰੀ ਇਕੱਠ ਦੇ ਵਿੱਚ ਮੇਰੇ ਤੇ ਬਹੁਤ ਵੱਡੇ ਵੱਡੇ ਇਲਜ਼ਾਮ ਲਾ ਰਹੇ ਨੇ, ਜਿਹੜੇ ਮੇਰੀ ਜ਼ਿੰਦਗੀ ਦਾ ਕਦੇ ਹਿੱਸਾ ਨਹੀਂ ਤੇ ਨਾ ਹੋਣਗੇ। ਉਹ ਇੰਨਾ ਕੁਫਰ ਤੋੜ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠ ਕੇ। ਉਹ ਰੱਬ ਤੋਂ ਨਹੀਂ ਡਰਦਾ, ਦੁਨੀਆ ਤੋਂ ਨਹੀਂ ਡਰਦਾ। ਉਹ ਬਹੁਤ ਵੱਡੇ ਕੁਫਰ ਤੋੜ ਰਿਹਾ ਹੈ। ਬੜੇ ਬੜੇ ਕਹਿੰਦਾ ਵੀ ਮੈਂ ਰੱਬ ਦੇ ਵਿੱਚ ਹਜ਼ੂਰੀ 'ਚ ਕਹਿ ਰਿਹਾ। ਦੇਖੋ ਮੇਰੇ ਤੇ ਜਿਹੜੇ ਉਹ ਇਲਜ਼ਾਮ ਲਾ ਰਹੇ, ਨਾ ਤਾਂ ਰੱਬ ਤੋਂ ਡਰਦਾ, ਨਾ ਲੋਕਾਂ ਤੋਂ ਡਰਦਾ, ਨਾ ਲੋਕ ਕਚਹਿਰੀ ਤੋਂ ਡਰਦਾ, ਨਾ ਰੱਬ ਕਚਹਿਰੀ ਤੋਂ ਡਰਦਾ। ਪਹਿਲਾਂ ਵੀ ਸੁਣਿਆ ਜੀ ਇਹਨੂੰ ਗੱਪੀ ਕਾਂਗੜ ਕਹਿੰਦੇ ਆ, ਕਿਉਂਕਿ ਝੂਠ ਬਹੁਤ ਬੋਲਦਾ ਉਹ। ਜਦੋਂ ਮਤਲਬ ਹੋਵੇ ਉਹ ਧੱਖਾ ਭਰ ਲੈਂਦਾ, ਰੋਣ ਲੱਗ ਜਾਂਦਾ, ਅੱਖਾਂ ਨੂੰ ਥੁੱਕ ਲਾ ਲੈਂਦਾ। ਅੱਜ ਮੈਂ ਤੁਹਾਡੇ ਸੱਦਣ ਦਾ ਕਾਰਨ ਇਹ ਹੈ ਵੀ ਜੋ ਮੇਰੇ ਤੇ ਇਲਜ਼ਾਮ ਲਾਏ ਆ, ਉਹ ਇਲਜ਼ਾਮ ਮੈਂ ਵੈਸੇ ਚਾਹੁੰਦਾ ਨਹੀਂ ਸੀਗਾ ਵੀ ਮੈਂ ਇਹ PC ਕਰਾਂ, ਉਹਦੇ ਵਿਰੁੱਧ ਬੋਲਾਂ, ਕਿਉਂਕਿ ਲੜਾਈ ਸਾਡੀ ਨੀਤੀਆਂ ਦੀ ਆ। ਲੋਕਾਂ ਨੇ ਪਿਆਰ ਦੇਣਾ, ਲੋਕਾਂ ਨੇ ਵੋਟ ਪਾਉਣੀ ਆ। ਉਹ ਅਸੀਂ ਸਾਨੂੰ ਕਿੰਨੀ ਕੁ ਮੁਹੱਬਤ ਕਰਦੇ ਆ, ਸਾਡੀ ਪਾਰਟੀ ਨੂੰ ਕਿੰਨੀ ਕਰਦੇ ਆ, ਇਹਨਾਂ ਦੇ ਲੇਖਾ ਜੋਖਾ ਲੋਕ ਦੇਣਗੇ। ਇਹਨਾਂ ਨੇ ਕੀ ਕੀਤਾ, ਹਲਕੇ ਲਈ ਕੀ ਕੀਤਾ, ਪੰਜਾਬ ਲਈ ਕੀ ਕੀਤਾ, ਇਹਨਾਂ ਸਰਕਾਰਾਂ ਨੇ, ਅਕਾਲੀ ਭਾਜਪਾ ਜਾਂ ਕਾਂਗਰਸ ਸਰਕਾਰ ਨੇ ਕੀ ਕੀਤਾ, ਉਹ ਲੋਕ ਦੱਸਣਗੇ। ਪਰ ਇਦਾਂ ਦੀਆਂ ਜਿਹੜੀਆਂ ਪਾਗਲਪੰਥੀਆਂ ਉਹ ਕਰ ਰਿਹਾ, ਉਹ ਮੇਰੇ ਤੇ ਕਹਿ ਰਿਹਾ, ਕਹਿੰਦਾ 91 ਦੇ ਵਿੱਚ 91-92 ਦੇ ਵਿੱਚ ਬਲਕਾਰ ਸਿੱਧੂ ਬਹੁਤ ਵੱਡਾ ਇੱਕ ਖਾੜਕੂ ਅੱਤਵਾਦੀਆਂ ਨਾਲ ਸੰਬੰਧ ਸੀ। ਇਹ ਅੱਤਵਾਦੀ ਸੀ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਮੇਰੇ ਨਾਨਕੇ ਕਾਂਗੜ ਨੇ, ਮੇਰੇ ਮਾਮਾ ਜੀ ਸਰਦਾਰ ਮੇਜਰ ਸਿੰਘ ਜੀ, ਸਰਦਾਰ ਰੂਪ ਸਿੰਘ ਸਿੱਧੂ ਮੇਰੇ ਪਿਤਾ ਜੀ ਬੈਠੇ ਨੇ। ਉਸ ਟਾਈਮ ਦਾ ਮੈਂ ਇਹਦੇ ਨਾਲ ਜੁੜਿਆ ਹੋਇਆ। ਇਹਦੀਆਂ ਇਲੈਕਸ਼ਨਾਂ ਦੇ ਵਿੱਚ ਮੈਂ ਕੰਮ ਆਇਆ। 2002 'ਚ ਆਜ਼ਾਦ ਜਿੱਤਿਆ। ਮੈਂ ਅਖਾੜੇ ਵੀ ਲਾਏ ਫਰੀ, ਇਹਨੂੰ ਫੰਡ ਵੀ ਦਿੱਤਾ, ਗਲੀ ਗਲੀ ਲੋਕਾਂ ਤੋਂ ਝੋਲੀਆਂ ਅੱਡ ਵੋਟਾਂ ਮੰਗੀਆਂ 7 'ਚ 12 'ਚ 17 'ਚ। ਉਦੋਂ ਬਲਕਾਰ ਸਿੱਧੂ ਬੜਾ ਚੰਗਾ ਲੱਗਦਾ ਸੀ ਤੇ ਮੈਨੂੰ ਵੀ ਚੰਗਾ ਲੱਗਦਾ ਸੀ, ਕਿਉਂਕਿ ਇਹਦਾ ਅੰਦਰਲਾਪਣ ਜਿਹੜਾ ਅੰਦਰ ਉਹਦੀ ਮਿੱਠੀ ਛੁਰੀ ਜਾਂ ਉਹ ਭਰਿਆ ਹੋਇਆ ਪਾਪਾਂ ਦਾ ਉਹ ਕੜਾ ਹੁਣ ਬਾਹਰ ਖੁੱਲ੍ਹ ਗਿਆ, ਮੁੱਧ ਗਿਆ। ਕਿਉਂਕਿ ਇਹ ਪਾਵਰ ਆ ਜਿਹੜੀ ਦੀ ਪਾਵਰ, ਉਹ ਪਾਵਰ 'ਚ ਆ ਕੇ ਸਾਰਿਆਂ ਨੂੰ ਭੁੱਲ ਗਿਆ, ਸਾਰੇ ਆਪਦੇ ਦੋਸਤਾਂ ਨੂੰ, ਮਿੱਤਰਾਂ ਨੂੰ। ਇਹਨੂੰ ਇੱਕ ਗੱਲ ਚੰਗੀ ਲੱਗਣ ਲੱਗ ਗਈ ਵੀ ਪੈਸਾ ਕੌਣ ਕਮਾ ਕੇ ਦੇਊਗਾ। ਇਹਦੀ ਜ਼ਮੀਰ ਮਰੀ ਹੋਈ ਆ ਇਹ ਬੰਦੇ ਦੀ, ਕਿਉਂਕਿ ਮੈਂ ਇਹਦੇ ਨਾਲ ਪਿਛਲੇ ਵਾਰ ਪਹਿਲਾਂ ਵੀ ਕਹਿ ਚੁੱਕਿਆ। ਮੈਂ ਇਹ ਬੰਦਾ ਇੱਥੇ ਜਦੋਂ ਪਸ਼ੂ ਮੰਡੀ ਦੇ ਵਿੱਚ ਖੋਖੇ ਅਕਾਲੀ ਸਰਕਾਰ ਵੇਲੇ ਢਾਹ ਕੇ ਗਰੀਬਾਂ ਦੀ ਰੋਜੀ ਰੋਟੀ ਖੋਈ ਜਾਂਦੀ ਸੀ, ਉਹ ਢਾਹ ਕੇ ਦੁਕਾਨਾਂ ਪਾ ਕੇ ਬਿੱਟੇ ਵਰਗੇ ਇੱਥੋਂ ਦੇ ਜਿਹੜੇ ਉਸ ਟਾਈਮ ਦੇ ਪਾਵਰਫੁੱਲ ਮਲੂਕਾ ਸਾਹਿਬ ਦੇ ਨਾਲ ਉਹ ਟੀਮ ਦੇ ਬੰਦੇ ਸੀ। ਅਸੀਂ ਵੀ ਨਾਲ ਲਾ ਕੇ ਉਹ ਵਿਚਾਰੇ ਖੋਖੇ ਵਾਲੇ ਦੁਕਾਨਾਂ ਵਾਲੇ ਵੀ ਦੁਕਾਨਾਂ ਨਾ ਢਾਈਆਂ ਜਾਣ, ਇਹਦੇ ਨਾਲ ਗਏ। ਇਹਦੇ ਇੱਟਾਂ ਰੋੜੇ ਮਾਰੇ ਗਏ, ਇਹਨੂੰ ਮਾਂ ਭੈਣ ਇਹਦੀ ਇੱਕ ਕੀਤੀ ਗਈ। ਉਸ ਟਾਈਮ ਪਤਾ ਨਹੀਂ ਦੀ ਜ਼ਮੀਰ ਜਾਗਦੀ ਸੀ, ਕਹਿੰਦਾ ਮੈਂ ਗੁਰਚਰਨ ਸਿੰਘ ਦਾ ਪੁੱਤ ਨਹੀਂ ਜੇ ਤੈਨੂੰ ਸ਼ਹਿਰ ਨਾ ਛੜਾਇਆ। ਉੱਦਾਂ ਦੇ ਲੋਕ ਅੱਜ ਦੀ ਗੱਡੀ 'ਚ ਨੇ। ਇਹਨਾਂ ਤੋਂ ਆਪਦੇ ਬੰਦੇ ਸਾਂਭੇ ਨਹੀਂ ਜਾਂਦੇ, ਇਹਨਾਂ ਤੋਂ ਲੱਭੇ ਨਹੀਂ ਜਾਂਦੇ ਵੀ ਪ੍ਰਧਾਨ ਜੂਥ ਦਾ ਕੌਣ ਬਣਾਈ, ਉਹ ਵੀ ਅਕਾਲੀਆਂ ਦਾ। ਸ਼ਹਿਰੀ ਪ੍ਰਧਾਨ ਬਣਾਈ, ਉਹ ਵੀ ਅਕਾਲੀਆਂ ਦਾ। ਨਗਰ ਪੰਚਾਇਤੀ ਪ੍ਰਧਾਨ ਬਣਾਈਏ ਕੋਠਾ ਗੁਰੂ, ਉਹ ਵੀ ਅਕਾਲੀਆਂ ਦਾ। ਭਗਤੇ ਬਣਾਈ, ਉਹ ਵੀ ਅਕਾਲੀਆਂ ਦਾ। ਇਹਨਾਂ ਕੋਲੇ ਆਪਦੇ ਬੰਦੇ ਸਾਂਭੇ ਨਹੀਂ ਗਏ। ਇਹ ਡਰਦਾ ਮਾਰਿਆ ਹੋਇਆ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਾਂਗੜ ਸਾਹਿਬ ਨੂੰ, ਜੋ ਮਲੂਕਾ ਸਾਹਿਬ ਤੁਹਾਡੇ ਤੇ ਇਲਜ਼ਾਮ ਲਾ ਕੇ ਗਏ, ਤੁਹਾਡੇ ਪਰਿਵਾਰ ਬਾਰੇ ਬੋਲ ਕੇ ਗਏ ਆ, ਜੇ ਜ਼ਮੀਰ ਜਾਗਦੇ ਤਾਂ ਉਹਦਾ ਜਵਾਬ ਦਿਓ ਪਹਿਲਾਂ ਤਾਂ।
ਉਹਦਾ ਜਵਾਬ ਦਿਓ। ਕੌਣ ਸੀ ਉਹ ਥਾਣੇਦਾਰ? ਤੇਰੇ ਫਾਦਰ ਦਾ, ਤੇਰੇ ਪਿਤਾ ਜੀ ਦਾ। ਉਹ ਮਲੂਕਾ ਸਾਹਿਬ ਕਹਿੰਦੇ ਵੀ ਤੇਰਾ ਪਿਤਾ ਸਿਪਾਹੀ ਹੁੰਦਾ ਸੀ, ਥਾਣਾ ਸਾਂਭਦਾ ਸੀ। ਉਹ ਥਾਣੇਦਾਰ ਤੁਹਾਡੇ ਘਰੇ ਤੁਹਾਡੇ ਕਰਾਹ ਲਾਉਂਦਾ ਸੀ, ਪਤਾ ਨਹੀਂ ਜ਼ਮੀਨਾਂ ਸਾਂਭਦਾ ਕੀ ਕਰਦਾ ਸੀ। ਜ਼ਮੀਰ ਜਾਗਦੇ, ਉਹਨੂੰ ਜਵਾਬ ਦਿਓ। ਇੱਕ ਜਵਾਕ ਆ ਕਿ ਬੱਚਾ ਮੈਂ ਤੁਹਾਡੇ ਕੋਲੇ ਪਲਿਆ, ਮੇਰੇ ਤੇ ਏਡੇ ਏਡੇ ਇਲਜ਼ਾਮ ਲਾਉਣੇ, ਜਿਹੜੇ ਇਲਜ਼ਾਮ ਤੇਰੇ ਤੇ ਲੱਗੇ ਉਹਦੀ ਪੀਸੀ ਕਰ, ਤੂੰ ਜਵਾਬ ਦੇ। ਮੈਨੂੰ ਕਹਿ ਰਿਹਾ ਜੀ ਇਹ 1991 ਦੇ ਵਿੱਚ ਮੈਂ ਇੱਕ ਸਟੂਡੈਂਟ ਸੀ, ਐਥਲੀਟ ਸੀ, ਨੈਸ਼ਨਲ ਪਤਾ ਐਥਲੀਟ ਸੀ ਮੈਂ, ਯੂਨੀਵਰਸਿਟੀ ਵਿਨਰ ਆ ਮੈਂ 800 ਮੀਟਰ 1500 ਚੋਂ, ਮੈਂ ਕ੍ਰਾਸ ਕੰਟਰੀ 12 ਕਿਲੋਮੀਟਰ ਦਾ ਵਿਨਰ ਆ। ਉਸ ਟਾਈਮ ਮੈਨੂੰ ਕਹਿੰਦਾ ਵੀ ਇਹ ਇੱਕ ਕਲਾਕਾਰ, ਮੈਂ ਉਸ ਟਾਈਮ ਪ੍ਰੋਫੈਸ਼ਨਲ ਕਲਾਕਾਰ ਨਹੀਂ ਸੀ, ਕਾਲਜਾਂ 'ਚ ਗਾਉਂਦਾ ਸੀ ਨਾ, ਮੈਂ ਉਹ ਕੋਈ ਮੇਰੇ ਕੋਲ ਗਰੁੱਪ ਸੀ। ਇਹ ਆਦਮੀ ਕਹਿ ਰਿਹਾ ਵੀ ਮੈਂ ਢੋਲਕੀਆਂ 'ਚ ਬਾਜਿਆਂ 'ਚ ਲਿਜਾ ਕੇ AK-47 ਸਪਲਾਈ ਕਰਦਾ ਸੀ। ਇਹ ਜਿਹੜਾ ਕੁਫਰ ਤੋੜ ਰਿਹਾ ਵੀ ਮੈਂ ਫੜਿਆ ਗਿਆ। ਇਹਦੇ ਮਾਂ-ਬਾਪ ਮੇਰੇ ਕੋਲੇ ਮਿੰਨਤਾਂ ਕਰਨ ਆਏ। ਪਹਿਲਾਂ ਇੱਕ ਦਿਨ ਬੋਲ ਰਿਹਾ ਜਲਾਲ ਵਿਖੇ ਵੀ ਇਹਦੇ ਮਾਂ-ਬਾਪ, ਭੈਣ, ਇਹਦੇ ਪਰਿਵਾਰ ਪੁਲਿਸ ਨੇ ਫੜ ਲਿਆ। ਇਹ ਭੁੱਲ ਜਾਂਦਾ ਗੱਲਾਂ ਕਰਦਾ, ਕੋਈ ਗੱਪੀ ਹੈ। ਹੁਣ ਕਹਿੰਦਾ ਮਾਂ-ਬਾਪ ਮੇਰੇ ਮਾਮਾ ਜੀ ਕਾਂਗੜ ਤੋਂ ਨਾਲ ਆਏ, ਮਿੰਨਤਾਂ ਤਰਲੇ ਕੀਤੀ, ਅੱਧਾ ਕਾਂਗੜ ਆਇਆ ਵੀ ਬੱਚੇ ਨੂੰ ਛੁਡਾ ਕੇ ਲਿਆਓ, ਮਾਰ ਦੇਣਗੇ। ਪਹਿਲਾਂ ਕਹਿੰਦਾ ਮੈਂ SSP ਸਾਹਿਬ ਕੋਲੇ ਗਿਆ। ਮੈਂ ਪੁੱਛਣਾ ਚਾਹੁੰਦਾ ਕੌਣ SSP ਸੀ ਜਿਹਦੇ ਕੋਲੇ ਗਿਆ ਤੂੰ? ਉਹ ਕਹਿੰਦਾ ਵੀ ਉਹ SSP ਨੇ ਜਵਾਬ ਦਿੱਤਾ, ਕਹਿੰਦਾ ਮੈਨੂੰ ਪਤਾ ਨਹੀਂ, ਕਿ ਉਹ ਡਰਦੇ ਮਾਰੇ ਹੁੰਦੇ ਸੀ ਅਫਸਰ ਵੀ ਪਾੜੇ ਨਾ ਪਏ, ਕੁੱਟੇ ਨਾ ਪਏ। ਹੁਣ ਫਿਰ ਇੱਕ DIG ਉਹਦੇ ਕੋਲੇ ਗਿਆ, ਉਹਨੇ ਦੱਸਿਆ ਪਤਾ ਨਹੀਂ ਕਿਹੜਾ ਥਾਣਾ ਸੀ ਜਿੱਥੇ ਮੈਂ ਫੜਿਆ ਹੋਇਆ ਸੀ। ਮੈਂ ਪੁੱਛਣਾ ਚਾਹੁੰਦਾ ਕੌਣ SHO ਸੀ ਉਹ ਜਿਹੜੇ ਥਾਣੇ 'ਚ ਮੈਨੂੰ ਵੱਢਿਆ ਕੁੱਟਿਆ ਗਿਆ ਸੀ? ਕੌਣ ਉਹ ਮੁੰਡੇ ਸੀ ਨਾਲ ਫੜੇ ਹੋਏ? ਮੇਰੇ ਤੇ ਕੋਈ ਵੀ FIR ਦਰਜ ਹੋਵੇ ਦੁਨੀਆ 'ਚ, ਪੰਜਾਬ 'ਚ, ਹਿੰਦੁਸਤਾਨ 'ਚ ਕਿਸੇ ਵੀ ਕੇਸ ਦੀ, ਕ੍ਰਿਮੀਨਲ ਕੇਸ ਦੀ ਕੋਈ FIR ਦਰਜ ਹੋਵੇ ਤਾਂ ਕੱਢ ਕੇ ਲਿਆ ਕੇ ਦਿਖਾਵੇ ਮੈਨੂੰ। 1991 ਦੇ ਵਿੱਚ ਇੱਕ 24 ਸਾਲ ਦਾ ਇਹ ਆਮ ਇਨਸਾਨ ਸੀ, ਸਰਪੰਚ ਬਾਅਦ 'ਚ ਬਣਦਾ। ਕਿਹੜੀ ਪਾਵਰ ਸੀ ਇਹਦੇ ਕੋਲੇ ਉਸ ਬੰਦੇ ਛਡਾਉਣ ਦੀ? ਕੀ ਪਾਵਰ ਸੀ ਵੀ 2 ਬੰਦੇ ਫੜੇ ਵਿਆ, ਤੀਜਾ ਬੰਦੇ ਨੂੰ ਕੱਢ ਲਿਆ, ਉਨੀ ਤੜਕੇ ਨੂੰ ਮਾਰ ਦੇਣਗੇ? ਇਹ ਕਿਹੜੇ ਏਜੰਸੀਆਂ ਦਾ ਬੰਦਾ ਸੀ ਉਦੋਂ? ਕਿਹੜਾ ਟੌਟ ਸੀ ਪੁਲਿਸ ਦਾ? ਜਿਹੜਾ ਬੰਦਾ ਇਹ ਕਹਿੰਦਾ ਸੀ ਵੀ ਇਹਨੂੰ ਕੱਢ ਦੋ ਵਿੱਚੋਂ, ਨਾ ਮਾਰੋ। ਉਹ ਕਹਿੰਦਾ ਬਲਕਾਰ ਸਿੱਧੂ ਫੜਿਆ ਪਿਆ ਸੀ, ਵੱਢਿਆ ਟੁੱਕਿਆ ਪਿਆ ਸੀ, ਇੱਥੋਂ ਉੱਠਿਆ ਨਹੀਂ ਜਾਂਦਾ ਸੀ। ਨਾਲ ਦੇ ਤੋਂ ਇੱਕ ਨਾਲ ਲੈ ਰਿਹਾ ਮੁੰਡਾ ਨਿਹਾਲਾ ਸੀ ਥਾਣੇ ਤੋਂ, ਕਹਿੰਦਾ ਉਹ ਰੋ ਰਿਹਾ ਸੀ ਵੀ ਮੈਨੂੰ ਮਾਰ ਦੇਣਗੇ। ਜੇ ਇਹਨੂੰ ਪਤਾ ਸੀ ਵੀ ਉਹ ਮੁੰਡਿਆਂ ਨੂੰ ਪੁਲਿਸ ਮਾਰਦੀ ਹੈ ਮੁਕਾਬਲੇ ਬਣਾ ਕੇ, ਇਹ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਕਿਉਂ ਨਹੀਂ ਗਿਆ? ਜਾਂ ਟੌਟ ਸੀ ਜਾਂ ਏਜੰਸੀਆਂ ਦਾ ਬੰਦਾ ਸੀ? ਇਸ ਬੰਦੇ ਨੂੰ ਪਤਾ ਸੀ ਵੀ ਇਹਨੂੰ ਮਾਰਨਗੇ। ਮੈਨੂੰ ਕੱਢ ਕੇ ਲੈ ਕੇ ਆ ਗਿਆ, ਕਹਿੰਦਾ ਬੋਰੀ 'ਚ ਬੰਨਿਆ। ਮੈਂ ਕਿਹੜੇ ਹਸਪਤਾਲ ਦਾਖਲ ਕਰਾਇਆ ਮੈਨੂੰ? ਮੈਂ ਅੱਜ ਵੀ ਇੱਕ ਤੰਦਰੁਸਤ ਹਾਂ, ਡਾਕਟਰੀ ਕਰਾਓ। ਮੈਂ ਪੁੱਛਣਾ ਚਾਹੁੰਦਾ ਵੀ ਸੁਬਾਹ ਜਦੋਂ ਬੰਦੇ ਮੁਕਾਬਲੇ ਬਣਾਏ ਨਿਹਾਲ ਸਿੰਘ ਦੇ ਜਾਂ ਉਹਦੇ ਨਾਲ ਦੇ ਸਾਥੀ, ਮੈਂ ਨਹੀਂ ਜਾਣਦਾ ਕੌਣ ਸੀ ਉਹ, ਇਹਨੂੰ ਪਤਾ ਹੋਣਾ ਚਾਹੀਦਾ। ਇਹਨਾਂ ਤੇ FIR ਹੋਣੀ ਚਾਹੀਦੀ ਆ, ਇਹਨੂੰ ਇੰਟਰੋਗੇਟ ਕਰਨਾ ਚਾਹੀਦਾ, ਪੁੱਛਣਾ ਚਾਹੀਦਾ। ਅਸੀਂ ਵੀ ਇਹਨੂੰ ਜਵਾਬ ਦੇਵਾਂਗੇ, ਅਸੀਂ ਲੋਕਾਂ ਦੀ ਕਚਹਿਰੀ 'ਚ ਜਵਾਬ ਦੇਵਾਂਗੇ। ਸਾਨੂੰ ਜਵਾਬ ਦੇਵੇ ਲੋਕਾਂ ਦੀ ਕਚਹਿਰੀ 'ਚ। ਮੇਰੀ ਕਚਹਿਰੀ ਵੱਡੀ ਰਾਮਪੁਰਾ ਫੂਲ ਹੈ, ਉਹਨੂੰ ਵੋਟਾਂ ਵੇਲੇ ਜਵਾਬ ਦਿਓ। ਰੱਬ ਦੀ ਕਚਹਿਰੀ ਉੱਥੇ ਵੀ ਨਹੀਂ ਮਾਫ ਕਰੂਗਾ ਰੱਬ, ਕਿਉਂਕਿ ਗੁਰੂ ਘਰ ਦੇ ਵਿੱਚ ਕੁਫਰ ਤੋਲਦਾ। ਇੱਕ ਕੋਰਟ ਕਚਹਿਰੀ ਸਾਡੀ ਮਾਣਯੋਗ ਅਦਾਲਤ ਦੇ ਵਿੱਚ ਜਾਵਾਂਗੇ ਅਸੀਂ। ਮੈਂ ਹਾਈ ਕੋਰਟ ਦੇ ਵਿੱਚ ਰਿਟ ਪਾਊਂਗਾ, ਆਪਦੇ ਮਾਨਹਾਨੀ ਦਾ ਕੇਸ ਪਾਊਂਗਾ ਤੇ ਵੀ ਜੋ ਮੈਂ ਇੱਕ ਨਾਮਵਰ ਕਲਾਕਾਰ ਹਾਂ, ਮੇਰੇ ਤੇ ਇਹਦੇ ਇੰਨੇ ਜਿਹੜੇ ਮੇਰੇ ਲਈ ਇੱਕ ਰਾਤ ਕੱਢਣੀ ਔਖੀ ਹੋ ਗਈ, ਸਾਫ਼ ਸੁਥਰੀ ਜ਼ਿੰਦਗੀ ਕੱਢਣ ਵਾਲਾ ਮੈਂ ਇਨਸਾਨ। ਸਾਡੀ ਪੀੜ੍ਹੀ, ਮੇਰਾ ਪਿਓ, ਮੇਰਾ ਦਾਦਾ, ਮੇਰਾ ਤਾਇਆ, ਮੇਰੇ ਨਾਨਕੇ, ਕਿਸੇ ਤੇ ਵੀ FIR ਹੋਵੇ ਕੱਢ ਕੇ ਲਿਆਵੇ। ਜੋ ਇਹ ਕੁਫਰ ਤੋੜ ਰਿਹਾ, ਇਹਨੂੰ ਹਾਈ ਕੋਰਟ 'ਚ ਜਵਾਬ ਦੇਣਾ ਪਊ, ਇਹਨੂੰ ਥਾਣਾ 'ਚ ਜਵਾਬ ਦੇਣਾ ਪਊ, ਲੋਕਾਂ ਦੀ ਕਚਹਿਰੀ ਜਵਾਬ ਦੇਣਾ ਪਊ, ਤੁਹਾਨੂੰ ਪ੍ਰੈਸ ਰਿਪੋਰਟਰਾਂ ਨੂੰ ਜਵਾਬ ਦੇਣਾ ਪਊ। ਮੈਂ ਪੁੱਛਣਾ ਚਾਹੁੰਦਾ ਵੀ ਮੈਨੂੰ ਲੈ ਕੇ ਆਵੇ, ਜਾਂ ਤਾਂ ਇਹਦੇ ਮਾਨਹਾਨੀ ਦਾ ਕੇਸ ਕਰੂੰਗਾ। ਇਹਨੂੰ ਮੈਂ ਕਿਤੇ ਭੱਜਿਆ ਨਹੀਂ ਜਾਣ ਦਿੰਦਾ, ਕਿਉਂਕਿ FIR ਵੀ ਬਣਦੇ, ਕ੍ਰਿਮੀਨਲ ਕੇਸ ਬਣਦਾ। ਕੌਣ ਹੈਗੇ ਮਾਰਨ ਵਾਲੇ ਮੁੰਡੇ ਉਹ ਜਿਨ੍ਹਾਂ ਨੂੰ ਨਿਹਾਲੇ ਵਰਗੇ ਨੂੰ ਮਾਰਿਆ? ਕਿਹੜਾ SSP, ਕਿਹੜਾ SHO ਆ ਉਹ? ਕਾਂਗੜ ਸਾਹਿਬ ਦੱਸੋ, ਪਤਾ ਨਹੀਂ ਕਿੰਨੇ ਕੁ ਮੁੰਡੇ ਮਰਵਾਏ ਆ ਤੁਸੀਂ, ਕਿਹੜੇ ਪਾਵਰਫੁਲ ਸੀ ਤੁਸੀਂ? ਇੱਕ ਪਾਸੇ ਕਹਿ ਰਹੇ ਹੋ ਵੀ ਮੈਂ ਫੜ ਕੇ ਬੰਦਾ ਛਡਾ ਲੈਣਾ, ਤੇ ਜਿਹੜਾ ਛਡਾ ਲੈਣਾ ਉਹ ਤੂੰ ਅੱਤਵਾਦ ਦੇ ਨਾਲ ਰਲਿਆ ਸੀ ਜਾਂ ਪੁਲਿਸ ਨਾਲ ਰਲਿਆ ਸੀ? ਇੱਥੋਂ ਦੇ ਕਿੰਨੇ ਮੁੰਡੇ ਨੇ? ਇੱਥੇ ਇੱਕ ਦੁੱਲੇ ਵਾਲੇ ਤੋਂ ਦਲਜੀਤ ਸਿੰਘ ਆ, ਉਹ ਕਿੰਨੀਆਂ ਇੰਟਰਵਿਊ 'ਚ ਕਹਿ ਚੁੱਕਿਆ ਵੀ ਇਹਨੇ ਸਾਨੂੰ ਫੜਾ ਦਿੰਦਾ ਤੇ ਮਰਵਾ ਦਿੰਦਾ ਸੀ। ਕਿੰਨੇ ਮੁੰਡੇ ਮਰਵਾਏ ਆ? ਇਹਦਾ ਮੈਂ ਜਵਾਬ ਮੰਗਦਾ, ਜਵਾਬ ਦੇਣਾ ਪਊ ਲੋਕਾਂ ਦੀ ਕਚਹਿਰੀ 'ਚ, ਮਾਣਯੋਗ ਅਦਾਲਤ 'ਚ ਜਵਾਬ ਦੇਣਾ ਪਊ। ਤੇ ਉੱਪਰ ਵੀ ਤੈਨੂੰ ਅਮਲਾਂ ਦੇ ਹੋਣਗੇ ਨਵੇੜੇ, ਤੇ ਜਾਤ ਕਿਸੇ ਪੁੱਛਣੀ ਨਹੀਂ, ਕਿਸੇ ਨੇ ਨਹੀਂ ਪੁੱਛਣਾ। ਉੱਪਰ ਵੀ ਮੰਤਰੀ ਆ ਤੂੰ, ਮੈਂ ਜਵਾਬ ਮੰਗ। ਸਾਰੀ ਦੁਨੀਆ ਨੂੰ ਪਤਾ 25 ਸਾਲ ਗਾਇਆ, ਮੈਂ ਕਿਹੜਾ ਚੰਦ ਤੋਂ ਆਇਆ ਵੀ ਉੱਥੇ ਮੈਂ ਕ੍ਰਿਮੀਨਲ ਸੀਗਾ। ਸਾਰੇ ਪੰਜਾਬ ਨੂੰ ਪਤਾ, ਦੁਨੀਆ ਨੂੰ ਪਤਾ ਮੇਰੇ ਕਰੈਕਟਰ ਬਾਰੇ। ਇੱਕ ਮਿਹਨਤੀ ਬੰਦਾ ਮੈਂ ਸਪੋਰਟਸ ਕੀਤੀ ਹੈ ਮਿਹਨਤ ਦੇ ਨਾਲ, ਉੱਧਰ ਵੀ ਮੈਂ ਤਗਮੇ ਜਿੱਤੇ ਆ, ਮੈਂ ਕਾਲਜ ਗਿਆ ਉੱਥੇ ਵੀ ਤਗਮੇ ਜਿੱਤੇ ਆ। ਮਿਹਨਤ ਦੇ ਨਾਲ ਇੱਥੇ ਅੱਗੇ ਵੀ ਮਿਹਨਤ ਜਾਰੀ ਰੱਖੂੰਗਾ। ਮਿਹਨਤ ਜਾਰੀ ਕਰਕੇ ਇਹੋ ਜਿਹੇ ਬੰਦੇ ਜਿਹੜੇ ਸਾਡੇ ਹਲਕੇ ਨੂੰ ਖਰਾਬ ਕਰ ਰਹੇ ਆ, ਪੰਜਾਬ ਨੂੰ ਖਰਾਬ ਕਰ ਰਹੇ ਆ, ਇਹਨਾਂ ਨੂੰ ਲੋਕ ਦੱਸਣਗੇ। ਇਲੈਕਸ਼ਨ ਤੋਂ ਬਾਅਦ ਵੋਟਾਂ ਦੱਸਣਗੀਆਂ, ਲੋਕ ਦੱਸਣਗੇ
ਕਿਉਂਕਿ ਸਾਡਾ ਅਕਸ਼ ਤਾਂ ਖਰਾਬ ਹੋਵੇ ਜੇ ਇਦਾਂ ਦੇ ਲੋਕਾਂ ਦੀ ਕੋਈ ਮੰਨੇ ਇਹ ਝੂਠਾ ਇਹ ਗੱਪੀ ਹੈ, ਇਹ ਜਿੰਨਾ ਮਰਜ਼ੀ ਬੋਲ ਲੇ, ਇਹਦੀ ਬੋਲਤੀ ਬੰਦ ਪਹਿਲੀ ਤਾਂ ਅੱਜ ਹੋ ਗਈ, ਅੱਧੂ ਬਾਅਦ ਨਹੀਂ ਬੋਲੂਗਾ ਇਹ, ਜੇ ਬੋਲੂਗਾ ਤਾਂ ਕੀਤੀ ਪਾਊ। ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ, ਇਹ ਰੱਬ ਤੋਂ ਡਰਦੇ ਨਹੀਂ, ਹੁਣ ਗੁਰੂ ਘਰ ਜਾ ਕੇ ਕੁਫਰ ਤੋੜ ਰਹੇ ਆ। ਕਾਂਗਰਸ ਸਾਹਿਬ ਨੂੰ ਪੁੱਛਣਾ ਚਾਹਣਾ ਜਿਹੜੇ ਹਾਲਾਤ ਪੰਜਾਬ ਦੇ ਕੀਤੇ ਆ ਤੁਸੀਂ ਤੁਹਾਡੀ ਸਰਕਾਰਾਂ ਨੇ, ਰਾਮਪੁਰਾ ਫੂਲ ਦੇ ਕਿਹੜੇ ਹਾਲਾਤ ਕੀਤੇ ਆ, ਉਹਨਾਂ ਦੇ ਮੁੱਦਿਆਂ ਤੋਂ ਭਟਕਾ ਰਿਹਾ। ਇਹ ਮੇਰੇ ਨਾਲ ਜੋ ਵੋਟ ਜੋੜ ਰਹੀ ਹੈ ਸ਼ਹਿਰ ਦੀ, ਹਲਕੇ ਦੀ, ਸਾਡੇ ਹਿੰਦੂ ਭਰਾਵਾਂ ਨੂੰ ਇਹ ਪਿਆਰ ਕਰਦੇ, ਮੈਨੂੰ ਸਾਰਾ ਜਗਤ ਪਿਆਰ ਕਰਦਾ। 25 ਸਾਲ ਹੋ ਗਏ ਰੋਜੀ ਰੋਟੀ ਖਾਂਦੇ ਨੂੰ ਪੰਜਾਬੀਆਂ ਨੂੰ, ਇਹ ਡਰਾ ਰਿਹਾ। ਕਈਆਂ ਹਿੰਦੂਆਂ ਕੋਲੇ ਵੀਰਾਂ ਕੋਲੇ ਜਾ ਕੇ ਕਹਿ ਰਿਹਾ ਵੀ ਇੱਥੋਂ ਤੱਕ ਕਹਿ ਰਿਹਾ ਵੀ ਇਹ ਬੰਦਾ ਮਾੜਾ। ਮੈਂ ਇਹੀ ਜਵਾਬ ਮੰਗਦਾ ਵੀ ਪ੍ਰੈਸ ਵੀਰ ਮੇਰੇ ਬੈਠੇ ਭਰਾ ਵੀ ਇਹਨਾਂ ਤੋਂ ਜਵਾਬ ਤੁਸੀਂ ਵੀ ਮੰਗੋ। ਸਮਾਂ ਉਹਦਾ, ਜਗ੍ਹਾ ਉਹਦੀ, ਥਾਂ ਉਹਦਾ। ਇੱਕ ਗੱਲ ਹੋਰ ਹੈ, ਜਿਹੜੇ ਮਰਜ਼ੀ ਗੁਰੂ ਘਰੇ ਬੈਠ ਜੇ ਜਾ ਕੇ, ਮੇਰਾ ਕੱਲਾ ਕੱਲਾ ਪੁੱਤ ਹੈ, ਇਹਦਾ ਵੀ ਕੱਲਾ ਪੁੱਤ ਹੈ, ਆ ਕੇ ਚੜ੍ਹ ਜੇ। ਜੇ ਮੇਰੇ ਢੋਲਕੀਆਂ ਬਾਜੇ 'ਚ ਇੱਕ ਸੰਤਾਲੀਆਂ ਲੈ ਕੇ ਜਾਂਦਾ ਹੋਵਾਂ, ਜੇ ਮੈਨੂੰ ਪਾੜਿਆ ਹੋਵੇ ਪੁਲਿਸ ਨੇ ਜਾਂ ਮੈਨੂੰ ਪੱਲੀ 'ਚ ਬੰਨ੍ਹ ਕੇ ਲਿਆਂਦਾ ਹੋਵੇ, ਮੈਂ ਜਵਾਬ ਮੰਗਦਾ ਤੇਰਾ ਕੱਲਾ ਪੁੱਤ ਮੈਂ ਲੈ ਕੇ ਚੜ੍ਹਦਾ ਜਿਹੜੇ ਮਰਜ਼ੀ ਗੁਰੂ 'ਚ ਆ ਜੇ। ਜਵਾਬ ਗੁਰੂ ਘਰ 'ਚ ਵੀ ਮੰਗਦਾ, ਜਨਤਾ ਦੇ ਵਿੱਚ ਵੀ ਮੰਗਦਾ, ਜਿੱਥੇ ਮਰਜ਼ੀ ਆ ਜੇ। ਮੇਰੇ ਨਾਲ ਜਵਾਬ ਦਾ ਸਵਾਲ ਦੇ ਦੇ, ਸਵਾਲਾਂ ਦਾ ਜਵਾਬ ਦੇ ਦੇ ਤੇ ਮੈਂ ਇਹਦਾ ਜਵਾਬ ਦੇਵਾਂ। ਮੂੰਹ 'ਚੋਂ ਨਿਕਲੀਆਂ ਗੱਲਾਂ ਗੁਰੂ ਘਰ ਜਾ ਕੇ ਮਾਫੀ ਮੰਗਣ, ਕਿਉਂਕਿ ਗੁਰੂ ਘਰ ਦੇ ਵਿੱਚ ਬੋਲਿਆ, ਉੱਥੇ ਗੁਰੂ ਤੋਂ ਮਾਫੀ ਮੰਗਣ, ਰੱਬ ਤੋਂ ਮਾਫੀ ਮੰਗਣ। ਨਾ ਨਹੀਂ, ਰੱਬ ਨੇ ਵੀ ਨਹੀਂ ਮਾਫ ਕਰਨਾ ਇਹਨੂੰ, ਜਨਤਾ ਨੇ ਵੀ ਨਹੀਂ ਮਾਫ ਕਰਨਾ, ਤੇ ਨਾ ਮਾਨਯੋਗ ਅਦਾਲਤ ਨੇ ਮਾਫ ਕਰਨਾ, ਕਿਉਂਕਿ ਜਿਹੜੇ ਬੋਲੇ ਸ਼ਬਦ ਆ ਇਹਦੇ ਕੋਲੇ ਕੋਈ ਸਬੂਤ ਨਹੀਂ, ਜੇ ਹੈ ਤਾਂ ਲੈ ਕੇ ਆਵੇ। ਤੁਹਾਡਾ ਅਗਲਾ ਐਕਸ਼ਨ ਕੀ ਹੋਗਾ? ਆ ਪ੍ਰੈਸ ਹੋ ਗਈ, ਪ੍ਰੈਸ ਕਾਨਫਰੰਸ। ਮੈਂ ਆਪਣੇ ਜਿਹੜੇ ਸਾਡੇ ਐਡਵੋਕੇਟ ਨੇ ਹਾਈ ਕੋਰਟ ਦੇ ਮੇਰੇ, ਉਹਨਾਂ ਨਾਲ, ਮੇਰੇ ਇੱਥੋਂ ਦੇ ਜਿਹੜੇ ਵਕੀਲ ਸਾਹਿਬ ਆ ਉਹਨਾਂ ਨਾਲ ਰਾਏ ਕਰਕੇ ਜਿਵੇਂ ਵੀ ਹੋਇਆ, ਕਿਉਂਕਿ ਇਹ ਤੇ FIR ਦਰਜ ਹੋਣੀ ਚਾਹੀਦੀ ਆ। ਜਿਹੜੇ ਬੰਦੇ ਕਹਿੰਦੇ ਮਾਰੇ ਆ, ਕਿਹਨੇ ਮਾਰਿਆ? ਉਹ ਜਵਾਕ ਮੁੰਡੇ ਪਤਾ ਨਹੀਂ ਕਿੰਨੇ ਕੁ ਮਰਵਾਏ ਇਹਨਾਂ ਲੋਕਾਂ ਨੇ, ਵੀ ਕਿਹੜੇ ਪੁਲਿਸ ਅਫਸਰ ਨੇ ਉਹ ਤੜਕੇ ਮਾਰੇ। ਇੱਕ ਨਾਂ ਲੈ ਕੇ ਕਹਿ ਰਹੇ ਸਭਾ ਨੂੰ ਮੁਕਾਬਲਾ ਬਣਾਤਾ, ਉਦੋਂ ਮੁਕਾਬਲੇ ਬਣਦੇ ਰਹੇ ਆ। ਇਹ ਜਿਹੇ ਲੋਕਾਂ ਨੂੰ ਲੱਭਦੇ ਫਿਰਦੇ ਆ ਲੋਕ ਵੀ ਕਿਹਨਾਂ ਨੇ ਪਤਾ ਵੀ ਕਿਹੜੇ ਕਿਹੜੇ ਮੁੰਡੇ ਮਾਰੇ ਆ। ਇਹਨਾਂ ਤੇ ਇਹ ਪਰਚਾ ਹੋਣਾ ਚਾਹੀਦਾ, ਇਹਨੂੰ ਇੰਟੈਰੋਗੇਟ ਕਰਕੇ ਪੁੱਛਣਾ ਚਾਹੀਦਾ ਵੀ ਤੂੰ ਦੱਸ ਵੀ ਤੈਨੂੰ ਕਿਵੇਂ ਪਤਾ ਸੀ ਵੀ ਕਿਹਨੇ ਮਾਰਿਆ, ਪੁੱਛੋ ਵੀ ਕੌਣ ਅਫਸਰ ਸੀ। ਕਰਾਵਾਂਗੇ ਤੇ ਪਰਚਾ ਹੋਊਗਾ, ਆਪੇ ਦੱਸੂਗਾ, ਦੱਸਣਾ ਪਊਗਾ ਇਹਨੂੰ। ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜੀ? ਅੱਜ ਕਰਾਂਗੇ ਜੀ ਸਾਰਾ, ਅੱਜ ਤੁਹਾਡੇ ਨਾਲ PC ਕਰਕੇ। ਇਹ ਤਾਂ ਮੈਂ ਨਹੀਂ ਕਰਦਾ, ਦੁਨੀਆ ਫੜੂਗੀ ਇਹਨੂੰ। ਜਿਹਨੇ ਪੰਜਾਬ ਦੇ ਵਿੱਚ ਪੰਜਾਬੀ, ਸਾਡੇ ਦੁਨੀਆ ਦੇ ਵਿੱਚ ਪੰਜਾਬ ਵਸਾਈ ਬੈਠੇ ਆ, ਉਹਨਾਂ ਨੂੰ ਪੰਜਾਬ ਪ੍ਰਤੀ ਦਰਦ ਹੈ। ਇੱਕ ਦਰਦ ਤਾਂ ਉਹ ਉਸ ਟਾਈਮ ਦਾ ਦਰਦ ਆ, ਉਦੋਂ ਸਾਡੇ ਕਿੰਨੀ ਜਵਾਨੀ ਦਾ ਘਾਣ ਹੋਇਆ, ਜਦੋਂ ਇਹ ਮਾੜਾ ਸਮਾਂ ਚੱਲ ਰਿਹਾ ਸੀ। ਇੱਕ ਮਾੜਾ ਸਮਾਂ ਹੁਣ ਚਿੱਟੇ ਦਾ ਚੱਲ ਰਿਹਾ। ਹੁਣ ਵੀ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਨੇ ਹਾਲਾਤ ਕੀਤੇ ਆ ਮਾੜੇ, ਪਹਿਲਾਂ ਅਕਾਲੀ ਭਾਜਪਾ ਨੇ, ਉਹ ਜ਼ਿੰਮੇਵਾਰ ਨੇ। ਹੁਣ ਇਹ ਜ਼ਿੰਮੇਵਾਰ ਆ ਜਿਨ੍ਹਾਂ ਨੇ ਸੌਹਾਂ ਖਾ ਕੇ ਗੁਟਕਾ ਸਾਹਿਬ ਦੀਆਂ, ਗੁਰੂ ਘਰਾਂ ਸੌਹਾਂ ਖਾ ਕੇ ਸਾਡੀ ਬਰਬਾਦੀ ਕਰਤੀ ਪੰਜਾਬ ਦੀ। ਰੋ ਰੋ ਕੇ ਮਾਵਾਂ ਅੰਨੀਆਂ ਹੋ ਗਈਆਂ, ਅੱਥਰੂ ਸੁੱਕ ਗਏ ਅੱਖਾਂ 'ਚੋਂ। ਬਜ਼ੁਰਗਾਂ ਦੇ ਚਿਹਰੇ ਫੁੱਲਾਂ ਵਰਗੇ ਜਿਹੜੇ ਖਿਲੇ ਅੱਜ ਕਮਲਾਏ ਪਏ ਆ। ਪੁਰਖਿਆਂ ਦਾ ਪਿੰਡ, ਕੈਪਟਨ ਸਾਹਿਬ ਕਹਿੰਦਾ ਮਹਾਰਾਜ ਸਾਡਾ ਵੀ ਪੁਰਖਿਆਂ ਦਾ ਪਿੰਡ ਆ। ਦੋ ਦੋ ਪੁੱਤ ਹੀਰਿਆਂ ਵਰਗੇ ਇਕੱਠੇ, ਨਸ਼ੇ ਦੀ ਭੇਟ ਚੜ ਚੜ, ਚਿੱਟੇ ਦੀ ਭੇਟ ਚੜ ਚੜ, ਕੌਣ ਜ਼ਿੰਮੇਵਾਰ ਆ? ਚਿਖਾ ਦੇ ਵਿੱਚ ਪਏ ਦੋ ਪੁੱਤ ਹੀਰੇ, ਉਹ ਗਰੀਬੜੀ ਦੇ, ਜਿਹਨੇ ਲੋਕਾਂ ਦੇ ਘਰੇ ਗੋਹਾ ਕੂੜਾ ਕਰਕੇ ਭਾਂਡੇ ਮਾਂਜ ਕੇ, ਉਹ ਬਾਪ ਨੇ ਜਿਨ੍ਹਾਂ ਨੇ ਲੋਕਾਂ ਦੇ ਘਰੇ ਦਿਹਾੜੀਆਂ ਕਰ ਕਰਕੇ ਪੁੱਤ ਗੱਭਰੂ ਕੀਤੇ ਵੀ ਸਾਡੇ ਬੁਢਾਪੇ ਦਾ ਸਹਾਰਾ ਬਣ ਗਏ। ਉਹ ਦੋ ਪੁੱਤ ਚਿਖਾ 'ਚ ਚਿਣੇ ਪਏ, ਅੰਬਰ ਵੀ ਰੋਂਦਾ ਸੀ, ਧਰਤੀ ਵੀ ਰੋਂਦੀ, ਜੱਗ ਧਾਹਾਂ ਮਾਰ ਮਾਰ ਹੁੰਦਾ ਸੀ। ਇਹਨਾਂ ਲੋਕਾਂ ਨੇ ਕੋਈ ਬਾਂਹ ਨਹੀਂ ਫੜੀ, ਉਹਨਾਂ ਦਾ ਜਾ ਕੇ ਹਾਂ 'ਚ ਨਾਰਾ ਨਹੀਂ ਮਾਰਿਆ। ਇਹ ਲੋਕ ਪੱਥਰ ਦਿਲ ਨੇ, ਇਹ ਜਵਾਬ ਲੈਣਗੇ, ਮੰਗੂਗੀ ਜਨਤਾ ਇਹਨਾਂ ਤੋਂ, ਮੰਗੂਗਾ ਰਾਮਪੁਰਾ ਫੂਲ ਹਲਕਾ। ਨਾ ਤਾਂ ਘਰਦਿਆਂ ਦਾ ਬਣਿਆ, ਨਾ ਵੋਟਰਾਂ ਦਾ ਬਣਿਆ, ਨਾ ਸਪੋਰਟਰਾਂ ਦਾ ਬਣਿਆ। ਕੈਪਟਨ ਸਾਹਿਬ ਕਹਿੰਦਾ ਮੇਰਾ ਬਾਪੂ ਆ, ਪਾਪਾ ਇੱਕ ਹੋਰ ਆ, ਪਤਾ ਨਹੀਂ ਹੁਣ ਨਵਾਂ ਬਣਾ ਲੂਗਾ। ਸਿੱਧੂ ਸਾਹਿਬ ਨੂੰ ਬਣਾਇਆ ਸੀ, ਪਹਿਲਾਂ ਸਿੱਧੂ ਸਾਹਿਬ ਨੂੰ ਬਣਾਇਆ ਸੀ। ਮਲੂਕਾ ਸਾਹਿਬ ਦਾ ਜਵਾਬ ਦੇ ਦੇਣ ਕੀ ਕੁਛ ਕਹਿੰਦੇ ਨੇ, ਪਤਾ ਨਹੀਂ। ਪਹਿਲਾਂ ਬਾਬੂ ਸਿੰਘ MLA ਸਾਹਿਬ ਉਹ ਇਹਨਾਂ ਦੇ ਹੁੰਦੇ ਸੀ। ਹੁਣ ਕੈਪਟਨ ਸਾਹਿਬ ਨੂੰ ਚੱਕ ਕੇ ਮਿੰਟ 'ਚ ਫਲੈਕਸਾਂ ਲਾਤੀਆਂ। ਤੁਹਾਨੂੰ ਆਪ ਹੀ ਪਤਾ, ਇਲਾਕੇ ਵਾਲਿਆਂ ਨੂੰ ਪਤਾ, ਮਤਲਬੀ ਬੰਦਾ ਹੈ। ਹੁਣ ਚੰਨੀ ਸਾਹਿਬ ਕਰਨਗੇ 20 ਦਿਨਾਂ 'ਚ 25 ਦਿਨਾਂ 'ਚ ਇਹਦਾ ਵਿਕਾਸ ਉੱਥੋਂ ਦਾ। ਕੈਪਟਨ ਸਾਹਿਬ ਨੇ 4.5 ਸਾਲ ਨਹੀਂ ਕੀਤਾ। ਇਹਦਾ ਇਹ ਨਹੀਂ ਪਤਾ ਇਹਨੂੰ ਟਿਕਟ ਮਿਲੇ ਨਾ ਮਿਲੇ, ਇਹਦਾ ਇਹ ਨਹੀਂ ਪਤਾ ਹੋਰ ਪਾਰਟੀ 'ਚ ਭੱਜੇ। ਇਹਨੂੰ ਸਿਰਫ ਆਪਣਾ ਚਾਹੀਦਾ ਵੀ ਮੈਂ ਕਿਵੇਂ ਇੱਥੇ ਰਹਾਂ, ਮੈਨੂੰ ਟਿਕਟ ਕੌਣ ਦੇ ਵਿੱਚ ਚੋਣ। ਮੈਂ ਕਹਿੰਦਾ ਇੱਥੋਂ ਲੋਕ ਪਹਿਲੀ ਵਾਰ ਆ ਜਿੱਦੇ ਮਿਨਿਸਟਰੀ ਤੋਂ ਲਾਹਿਆ, ਲੋਕਾਂ ਨੇ ਲੱਡੂ ਵੰਡੇ, ਇਹਦੇ ਸਮਰਥਕਾਂ ਨੇ ਇੰਨੀ ਖੁਸ਼ੀ ਮਨਾਈ, ਭੰਗੜੇ ਪਾਏ। ਹੁਣ ਲੋਕ ਸੁੱਖਾ ਸੁੱਖੀ ਜਾਂਦੇ ਨੇ, ਪਾਠ ਸੁੱਖੀ ਜਾਂਦੇ ਨੇ। ਇਹ ਪ੍ਰਮਾਤਮਾ ਇਹਨੂੰ ਟਿਕਟ ਮਿਲ ਜੇ ਇੱਥੋਂ, ਫਿਰ ਅਸੀਂ ਕਹਿੰਦਾ ਸਵਾਦ ਲੈਣਾ। ਇਹਦੇ ਆਪ ਦੇ ਬੰਦੇ ਪਹਿਲੀ ਵਾਰ ਆ ਵੀ ਨਹੀਂ। ਅਗਲਾ ਕਹਿੰਦਾ ਵਿਰੋਧੀ ਕਹਿੰਦੇ ਟਿਕਟ ਮਿਲੇ, ਉਹ ਕਹਿੰਦੇ ਨੇ ਜਿਹੜੇ ਨੇ ਸਾਡਾ ਧੱਕਾ ਕੀਤਾ ਉਹ ਟਿਕਟ ਮਿਲੇ। ਨਹੀਂ ਕਹਿੰਦਾ ਟਿਕਟ ਨਾ ਮਿਲੇ, ਟਿਕਟ ਮਿਲੇ। ਲੋਕ ਜਵਾਬ ਦੇਣਗੇ ਕਾਂਗਰਸ ਸਾਹਿਬ ਸੁੱਖਾ ਸੁੱਖ ਰਹਿਣ ਤੁਹਾਡੇ ਵਿੱਚ, ਇਹ ਸੱਚੇ ਪਾਤਸ਼ਾਹ ਤੈਨੂੰ ਟਿਕਟ ਮਿਲੇ, ਫਿਰ ਅਸੀਂ ਤੈਨੂੰ ਮੁਕਾਬਲਾ ਕਰਾਂਗੇ। ਆਹ ਜਿਹੜੀਆਂ ਚੀਜ਼ਾਂ ਨੂੰ ਛੱਡ ਦੇ, ਕੁੱਟ ਕੇ ਕੱਢਤਾ ਇਹਨੇ, ਕੁੱਟ ਕੇ ਕੱਢਦਾ ਘਰ ਵੀ ਖੋਲਾ ਸਭ। ਅੱਜ ਉਹ ਵਿਚਾਰੇ ਉਹਦੇ 2 ਜੀ ਤਾਂ ਮੇਰੇ ਖਿਆਲ ਮਰ ਗਏ ਜੀ, ਕੁੱਟ ਮਾਰਨਾ ਹੀ। ਤੇ ਅੱਜ ਉਹ ਵਿਚਾਰਾ ਸਲਾਥੋਂ ਨੂੰ ਕਿਤੇ ਲੈ ਕੇ ਚੱਲਿਆ, ਸਲਾਫਤਪੁਰੇ ਬੈਠਾ ਕੁੱਲੀ 'ਚ।
ਇਹਨੇ ਮਹਿਲ ਬਣਾਇਆ ਜੀ ਵੱਡਾ, ਜਿਹੜੇ ਪਾਸੇ ਅਸੀਂ ਗਰੀਬਾਂ ਦੇ ਘਰ ਸੀ, ਇਹ ਕਹਿੰਦਾ ਮੇਰੇ ਆਉਂਦਿਆਂ ਨੂੰ ਮੇਰੇ ਘਰ ਦੀ ਟੌਰ ਖਰਾਬ ਹੁੰਦੀ ਆ। ਉਹ ਕਿਸੇ ਤੋਂ ਪੈਸੇ ਦੇ ਕੇ ਲੈ ਕੇ ਉਹ ਧੱਕੇ ਨਾਲ ਖੋਲਿਆ ਹੈ। ਇੱਥੇ ਤਾਂ ਮਹਾਰਾਜ ਦਾ ਹਾਲ ਦੇਖ ਲਓ, ਫੂਲ ਦਾ ਹਾਲ ਦੇਖ ਲਓ। ਮੇਰਾ ਖਿਆਲ ਉੱਡੀ ਵਧੀਆ ਕਿਸੇ ਦੇ ਘਰੇ ਫਰਸ਼ ਨਹੀਂ ਹੁੰਦੀ ਕੋਠੀ 'ਚ, ਜਿੰਨੀ ਵਧੀਆ ਇਹਨੇ ਵੱਡੀ ਬਣਾਈ ਆ ਗਲੀ। ਤੇ ਫਿਰ ਇਹ ਗਲੀਆਂ ਅਦਾਸ ਹੋਣਗੀਆਂ ਇਹਦੀਆਂ, ਮੇਰੀ ਗੱਲ ਯਾਦ ਰੱਖੀ ਇੱਕ, ਕਿਉਂਕਿ ਇਹਨੇ ਸਾਡੀਆਂ ਗਲੀਆਂ ਅਦਾਸ ਕੀਤੀਆਂ ਸਾਡੇ ਹਲਕੇ ਦੀਆਂ। ਉੱਥੇ ਇਹਦੇ ਨਾਲ ਚਿੜੀ ਨਹੀਂ ਫਰਕ ਨਹੀਂ। ਜਦੋਂ ਆ ਬਸ 1 ਮਹੀਨਾ ਰਹਿ ਗਿਆ ਸਰ, ਇਹ ਜਵਾਬ ਲੋਕ ਮੰਗਣਗੇ। ਇਹਨੂੰ ਕਹ ਜਿੰਨੇ ਮਰਜ਼ੀ ਕੁਫਰ ਤੋੜ ਲਾ, ਗੱਪ ਮਾਰ ਲਾ ਕਾਂਗੜ ਸਾਹਿਬ, ਜਿੰਨਾ ਹੋਰ ਮਰਜ਼ੀ ਕਹਿ ਲਾ ਮੇਰੇ ਪ੍ਰਤੀ, ਕਿਉਂਕਿ ਮੈਨੂੰ ਦੁਨੀਆ ਜਾਣਦੀ ਆ। ਮੈਂ ਹਾਜ਼ਰ ਰਾਜ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਵੀ ਅਸੀਂ ਮਿਹਨਤਕਸ਼ ਲੋਕ ਆ, ਆਮ ਪਰਿਵਾਰ 'ਚ ਉੱਠੇ ਆ, ਪਰ ਆਮ ਪਰਿਵਾਰ 'ਚ ਉੱਠ ਕੇ ਮਿਹਨਤ ਦੇ ਨਾਲ ਅੱਗੇ ਜਾਵਾਂਗੇ। ਤੇਰੇ ਵਾਂਗੂ ਲੁੱਟ ਕੇ ਅਸੀਂ ਖਜ਼ਾਨੇ ਨਹੀਂ ਭਰਦੇ, ਘਰ ਨਹੀਂ ਭਰਦੇ। ਤੂੰ ਬਹੁਤ ਲੁੱਟਿਆ। ਪਹਿਲੇ ਨੰਬਰ ਤੇ ਭ੍ਰਿਸ਼ਟਾਚਾਰੀ ਤੈਨੂੰ ਚੈਨਲ ਨੇ ਆਖਿਆ, ਪ੍ਰਸ਼ਾਂਤ ਜੀ ਨੇ ਆਖਿਆ, ਤੈਨੂੰ ਮਿਨਿਸਟਰੀ ਤੋਂ ਕੱਢਿਆ ਗਿਆ। ਬਸ ਸ਼ਰਮ ਕਰਿਆ ਕਰੋ ਥੋੜੀ ਜੀ। ਇਹ ਜਿਹੜੇ ਤੇਰੇ ਬੋਲ ਆ ਨਾ ਮਿੱਠੇ ਮਿੱਠੇ, ਪਤਾ ਲੱਗ ਗਿਆ ਵੀ ਅੰਦਰੋਂ ਤੂੰ ਕੌਣ ਆ।